ਲੈਣ ਵਾਸਤੇ ਗਏ ਜਿਹੜਾ ਅੱਲਾ ਨੇ ਉਹਨਾਂ ਨੂੰ ਉਹ ਦੇਣਾ ਸੀ। ਠੀਕ ਹੈ। ਇੱਕ ਦਿਨ ਨਾ ਜਬਲ ਜੋ ਆ ਰਹੇ 12-13 ਸਾਲ ਬਾਅਦ ਉਧਰ ਦੀ ਗੁਜ਼ਰ ਆਇਆ, ਉਹਨੇ ਕਿਹਾ ਯਾਰ ਸ਼ਹਿਰ ਆ ਗਿਆ ਤੇ ਕਿਉਂ ਨਾ ਮੈਂ ਮਾਂ ਨੂੰ ਇਸਲਾਮ ਕਰ ਦਿਆਂ। ਉਹਨਾਂ ਨੂੰ ਆਂਦੇ ਨੇ ਨਾ ਰਾਤ ਹੋ ਗਈ, 11-12 ਵੱਜ ਗਏ। ਉਹਨੇ ਕਿਹਾ ਕਿ ਇਸ ਟਾਈਮ ਮਾਂ ਸੋ ਰਹੀ ਹੋਣੀ ਹੈ ਤੇ ਮਾਂ ਨੂੰ ਇਸ ਟਾਈਮ ਮੈਂ ਨਾ ਬੇਤਾਬ ਕਰਾਂ ਜਾਂ ਕਰਾਂ, ਤੇ ਉਹ ਗੁਸਤਾਖੀ ਉਹ ਬਾਹਰ ਹੀ ਦਰਵਾਜ਼ੇ ਦੇ ਅੱਗੇ ਬਹਿ ਬਜ਼ੁਰਗ ਸੀ। ਮੈਂ ਤਾਂ ਸਮਝਿਆ ਗੱਲ ਬੜੀ ਕਮਾਲ ਦੀ। ਉਹ ਨਾ ਬਾਹਰ ਹੀ ਬੈਠ ਗਏ। ਉਹਨੇ ਕਿਹਾ ਮਾਂ ਨਾ ਤਹੱਜੁਦ ਦੇ ਟਾਈਮ ਉੱਠੇ ਹੀ। ਠੀਕ ਹੈ 2-2:30 ਦਾ ਟਾਈਮ ਹੋਇਆ, 2-3 ਘੰਟੇ ਉੱਥੇ ਬੈਠੇ ਨੇ ਤੇ ਉਹ ਉਹਨਾਂ ਨੂੰ ਮਹਿਸੂਸ ਹੋਇਆ। ਉਸ ਦੌਰ ਦੀ ਗੱਲ ਸੁਣਾ ਰਿਹਾ ਕਿ ਨਾਲੇ ਵਿੱਚੋਂ ਜਦੋਂ ਪਾਣੀ ਬਾਹਰ ਆਇਆ ਨਾ ਵਜ਼ੂ ਦਾ, ਯਾਨੀ ਕਿ ਮਾਂ ਉੱਠੀ ਵਜ਼ੂ ਕਰਨ ਵਾਸਤੇ ਤਹੱਜੁਦ ਪੜ੍ਹਨ ਵਾਸਤੇ, ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਮਾਂ ਉੱਠੀ। ਉਹਨਾਂ ਨੇ ਦਰਵਾਜ਼ਾ ਖੜਕਾਇਆ, ਮਾਂ ਨੇ ਫੱਟ ਪਹਿਚਾਨ ਲਿਆ। ਉਹਨੇ ਆਵਾਜ਼ ਦਿੱਤੀ ਆਪਣੇ ਬੇਟੇ ਨੂੰ, ਬੇਟਾ ਮੈਂ ਆ ਰਹੀ ਹਾਂ। ਉਹ ਵਜ਼ੂ ਕਰ ਰਹੀ ਸੀ। ਮਾਂ ਹੈ ਨਾ ਪਹਿਚਾਨ ਦੀ। ਤੇ ਜਦੋਂ ਮਾਂ ਨੇ ਆਪਨੇ ਦੇਖਿਆ ਕਿ ਮੇਰੇ ਬੱਚੇ ਦੀ ਕੀ ਹਾਲਤ ਹੋ ਗਈ 12 ਸਾਲ ਬਾਅਦ, ਤੇ ਮੇਰੇ ਬੱਚੇ ਦੀ ਕੀ ਹਾਲਤ ਹੋ ਗਈ, ਵਾਲ ਉਜੜੇ, ਕੱਪੜੇ ਫਟੇ ਹੋਏ, ਪੱਤਿਆਂ ਦੇ ਗੁਜ਼ਾਰੇ ਕਰਦਾ ਹੈ। ਤੇ ਉਹ ਫਿਰ ਬਜ਼ੁਰਗ ਰੋਏ। ਉਹਨੇ ਕਿਹਾ ਮਾਂ ਮੈਂ ਤੇ ਉੱਥੇ 12-13 ਸਾਲ ਕੱਢਤੇ, ਮੈਂ ਜਾਂਦਾ ਤੁਹਾਨੂੰ ਮਿਲਣਾ ਚਾਹੁੰਦਾ ਸੀ। ਤੇ ਮਾਂ ਰੋਈ, ਜਿਹੜੇ ਅਥਰੂ ਨਿਕਲੇ। ਮਾਂ ਕਹਿੰਦੀ ਮੇਰੇ ਬੱਚੇ ਨੇ 12 ਸਾਲ ਜੰਗਲ ਦੇ ਵਿੱਚ ਉਹਦਾ ਕੁਰਬ ਲੈਣ ਵਾਸਤੇ ਅੱਲਾ ਦਾ ਤੇ ਇੰਨਾ ਅਰਸਾ ਕੱਢਤਾ। ਇੱਕ ਮਾਂ ਨੇ ਫਿਰ ਉਸ ਟਾਈਮ ਦੁਆ ਕੀਤੀ, ਰੋ ਕੇ ਤਹੱਜੁਦ ਦੇ ਟਾਈਮ ਦੁਆ ਕੀਤੀ। ਅੱਲਾ ਨੇ ਉਸ ਟਾਈਮ ਸਾਰਾ ਕੁਝ ਦੇ ਦਿੱਤਾ। ਕੈਸੀ ਗੱਲ ਹੈ, 12 ਸਾਲ ਉੱਥੇ ਕੱਢਦੇ ਤੇ ਕੁਛ ਨਹੀਂ ਲੱਭਾ, ਜ਼ੀਰੋ। ਤੇ ਜਦੋਂ ਮਿਲੇ ਤੇ ਮੇਰੀ ਮਾਂ ਦੀ ਇੱਕ ਦੁਆ ਨੇ ਕੰਮ ਕਰਤੇ। ਮਾਂ ਦੀਆਂ ਦੁਆਵਾਂ ਤਾਂ ਤੇ ਸਬਰੇ ਹੈ ਗੱਲ ਸਾਰੀ। ਉਹ ਬੰਦਾ ਮਾਰ ਨਹੀਂ ਖਾਂਦਾ ਜਿਹੜਾ ਮਾਂ ਦੀਆਂ ਦੁਆਵਾਂ। ਮੈਂ ਕਹਿੰਦਾ ਉਹ ਵਲੀ ਬਣ ਨਹੀਂ ਸਕਦਾ, ਉਹ ਬਜ਼ੁਰਗ ਕਾਮਯਾਬ ਹੋ ਨਹੀਂ ਸਕਦਾ ਜਿਹਨੂੰ ਅਗਰ ਉਹਦੀ ਮਾਂ ਜ਼ਿੰਦਾ ਨਾ, ਜਿੰਨ ਤੋਂ ਭਾਵੇਂ ਦੀ ਮਾਂ ਕੁਝ ਵੀ ਨਹੀਂ, ਅਗਰ ਉਹਦੀ ਮਾਂ ਦੇ ਉਸੇ ਦੁਆ ਨਹੀਂ ਨਾ ਕਰਦੀ ਉਹ ਬੰਦਾ ਕੁਝ ਨਹੀਂ ਕਰ ਸਕਦਾ। ਮਾਂ ਦੀ ਦੁਆ ਨਾਲ ਹੀ ਸਾਰੇ ਕੰਮ ਹੁੰਦੇ। ਬੇਸ਼ੱਕ ਮੈਂ ਕਹਿੰਦਾ ਇਨਸਾਨ ਰੂੜੀ ਤੋਂ ਨਾ ਮਹਿਲ ਤੇ ਬਹਿ ਜਾਂਦੇ, ਬੇਸ਼ੱਕ ਫਕੀਰ ਤੋਂ ਤਖਤ ਤੇ ਬਹਿ ਜਾਂਦੇ। ਅਗਰ ਮਾਂ ਦੀ ਐਸੀ ਦੁਆ ਹੈ ਕਿ ਜਿਹੜੀ ਕਦੀ ਅੱਲਾਹ ਪਾਕ ਰੱਦ ਕਰ ਹੀ ਨਹੀਂ ਸਕਦਾ। ਤੇ ਜੇ ਬਦਵਾ ਹੋਵੇ ਉਹ ਕਾਮਯਾਬੀ ਨਹੀਂ, ਤੇ ਇਨਸਾਨ ਤਬਾਹ ਬਰਬਾਦ ਮਾਂ ਪਿਓ ਦੀ ਦੁਆ। ਔਰ ਇੱਕ ਚੀਜ਼ ਹੋਰ ਵੀ ਹੈ, ਅਗਰ ਤੁਸੀਂ ਕਿਸੇ ਦੀ ਮਾਂ ਦੀ ਬਦਵਾ ਲੈ ਲਈ ਨਾ ਤੇ ਤੁਹਾਡਾ ਵੀ ਬੇੜਾ ਗਰਕ। ਕਿਸੇ ਹੋਰ ਦੀ ਮਾਂ ਦੀ। ਹਾਂ ਮਾਨਾ ਇੱਕ ਬੰਦੇ ਨੇ ਮੈਨੂੰ ਸ਼ਰਾਬ ਪੀ ਕੇ ਗਾਲਾਂ ਕੱਢੀਆਂ। ਬਿਨਾ ਦਿਲ ਕਰ ਸੀ ਮੈਨੂੰ ਫੜ ਕੇ ਕੁੱਟਾਂ, ਲੇਕਿਨ ਮੇਰੇ ਹੱਥ ਵਿੱਚ ਰੋਟੀਆਂ ਸੀ। ਨਹੀਂ ਯਾਰ ਮੇਰੇ ਬੱਚੇ ਘਰ ਬੈਠੇ ਨੇ, ਮੇਰੀ ਬੀਵੀ ਬੈਠੀ, ਮੈਂ ਆਪਣੇ ਬੱਚਿਆਂ ਨੂੰ ਰੋਟੀ ਦੇਵਾਂ। ਮੈਂ ਆਪਣੇ ਨਫਸ ਨੂੰ ਕਾਬੂ ਕੀਤਾ। ਮੈਂ ਇੱਕ ਵਾਰੀ ਗੁੱਸਾ ਕਰਨਾ ਨਹੀਂ ਪਾਉਂਦਾ ਤੇ ਨਹੀਂ ਤੇ ਭੈਣ ਦੇ 2 ਮਿੰਟ ਲਾ ਨੂੰ ਲੰਮੇ ਪਾ ਤੇ ਸਿਰ ਮੂੰਹ ਪਾੜ ਦੇ, ਲੇਕਿਨ ਨਹੀਂ ਤੇ ਸਬਰਿਆ। ਓਏ ਨਾ ਸਬਰ। ਰੋਟੀਆਂ ਤੇ ਸਾਲਨ ਹੱਥ ਵੀ ਸੀ, ਮੈਂ ਆਪਣੇ ਬੱਚਿਆਂ ਸੇ ਲੈ ਕੇ ਜਾ ਰਿਹਾ ਸੀ ਤੇ ਦਿਮਾਗੀ ਟੈਨਸ਼ਨ ਵੀ ਬੜੀ ਸੀ। ਲੇਕਿਨ ਉਹ ਬੰਦਾ ਮੈਨੂੰ ਗਾਲਾਂ ਕੱਢੀ ਜਾ ਰਿਹਾ। ਸਿਰਫ ਕੀ ਸੀ, ਮੈਨੂੰ ਇਸ ਤਰ੍ਹਾਂ ਕਰਕੇ ਦੇਖਿਆ, ਮੈਂ ਕਿਹਾ ਪਤਾ ਨਹੀਂ ਕੌਣ ਉਹ ਸੱਚ ਉਹ ਮੇਰੇ ਦੁਆਲੇ ਹੋ। ਉਹਨੇ ਮੈਨੂੰ ਉਹ ਮਾਂ ਭੈਣ ਦੀ ਗਾਲ ਕੱਢੀ। ਉਹ ਫਰਕ ਨਹੀਂ ਪੈਣਾ ਸੀ ਕਿਉਂਕਿ ਉਹਦਾ ਮਰਿਆ ਸੀ ਨਾ, ਵੈਸੇ ਦਿਮਾਗ ਤੋਂ ਮਰਿਆ ਹੋਇਆ ਸੀ ਕਰਕੇ ਤਸਵੀਰਾਂ ਤੁਰਿਆ ਜਾ ਰਹੇ। ਨਹੀਂ ਤੇ ਕਸਮ ਦੋ ਜਣੇ ਸੀ, ਦੂਸਰਾ ਮੁੰਡਾ ਨੂੰ ਰੋਕ ਰਿਹਾ, ਕਹਿੰਦਾ ਕੀ ਕਰਦਾ ਰਹੇ ਯਾਰ। ਮੈਂ ਰੋਟੀਆਂ ਛੱਡ ਕੇ ਕਸਮ 2 ਮਿੰਟ ਲਾਉਂਦਾ ਤਾਂ ਮੂੰਹ ਲਾਲ ਕਰ ਦਿੰਦਾ, ਲੇਕਿਨ ਮੈਂ ਕਿਹਾ ਨਹੀਂ ਯਾਰ ਅੱਛਾ ਕੀਤਾ, ਆਪਣੀ ਜਾਨ ਬਚਾ ਕੇ। ਆਪਣੀ ਜਾਨ ਨੂੰ ਛੱਡ ਤੂੰ ਬੱਚੇ ਘਰ ਖਾਣੇ ਦੇ ਤਰਸਦੇ ਪਏ ਸੀ। ਰਾਤ ਦਾ ਟਾਈਮ ਸੀ, ਅਸੀਂ ਕਿਤੇ ਗਏ ਸੀ, ਅਸੀਂ ਉਧਰੋਂ ਆ ਰਹੇ ਸੀ, ਲੋਰੋਂ ਬਾਹਰ ਗਏ ਸੀ ਤੇ ਅਸੀਂ ਗੱਡੀ ਲੇਟ ਹੋ ਗਈ ਜਾਂ ਕੀ ਹੋਇਆ ਤੇ ਮੈਂ ਬੱਚਿਆਂ ਨੂੰ ਬਾਜ਼ਾਰ ਤੋਂ ਫਟਾਫਟ ਖਾਣ ਲੱਗ ਗਿਆ। ਤੇ ਜੇ ਬੰਦਾ ਦੇ ਮੂੰਹ ਹੀ ਨਹੀਂ ਲੱਗਣਾ ਚਾਹੀਦਾ ਨਾ। ਮੂੰਹ ਦੀ ਗੱਲ ਹੈਗੀ, ਤਸੱਵਰ ਇਹ ਜਿਹੜਾ ਨਫਸ ਹੁੰਦਾ ਨਾ, ਮੂੰਹ ਨਹੀਂ ਦੇਖਦਾ, ਇਹ ਨਹੀਂ ਵੇਖਦਾ ਸਾਹਮਣੇ ਕੌਣ ਹੈ, ਲੇਕਿਨ ਤਸੱਵਰ ਆਪਣੇ ਆਪ ਨੂੰ ਸੰਭਾਲਿਆ। ਮੈਂ ਕਿਹਾ ਨਹੀਂ ਯਾਰ, ਮੈਂ ਬੱਚਿਆਂ ਨੂੰ ਜਾ ਕੇ ਰੋਟੀ ਛੋਟੀ ਖਵਾਈ, ਆਪ ਨੂੰ ਖਾਦੀ। ਅੱਛਾ ਇਹ ਸਾਰਾ ਕੁਝ ਦੇਖਣਾ ਪੈਂਦਾ, ਬਰਦਾਸ਼ਤ